ਪਿਆਰੇ ਵਿਦਿਆਰਥੀਓ, ਅੱਜ ਅਸੀਂ ਨਾਵਲਕਾਰ ਨਛੱਤਰ ਦਾ ਨਾਵਲ ਕਵਨ ਦੇਸ ਹੈ ਮੇਰਾ ਦਾ 8ਵਾਂ ਕਾਂਡ ਪੜ੍ਹਾਂਗੇ। ਉਸ ਰਾਤ ਕਰਮ ਦਾ ਫੋਨ ਸੁਣ ਹੈਪੀ ਵੀ ਬਹੁਤ ਘਬਰਾ ਗਿਆ ਸੀ, ਪਰ ਕਰਮ ਦੀ ਦੱਸੀ ਗੱਲ ਉਹ ਆਪਣੇ ਪਰਿਵਾਰ ਦੇ ਕਿਸੇ ਜੀਅ ਨਾਲ ਸਾਂਝੀ ਨਹੀਂ ਸੀ ਕਰਨਾ ਚਾਹੁੰਦਾ। ਬੜੀ ਹੀ ਔਖ ਨਾਲ ਰਾਤ ਬੀਤੀ ਅਤੇ ਉਹ ਮੋਟਰਸਾਈਕਲ 'ਤੇ ਕਰਮ ਦੇ ਦਫ਼ਤਰ ਜਾਣ ਤੋਂ ਵੀ ਪਹਿਲਾਂ ਹੀ ਸੰਗਰੂਰ ਪਹੁੰਚ ਗਿਆ। ਹੈਪੀ ਦੇ ਉੱਥੇ ਪਹੁੰਚਣ ਸਮੇਂ ਕੰਤੇ ਦੇ ਕਮਰੇ ਦੀ ਅੰਦਰੋਂ ਲੱਗੀ ਕੁੰਡੀ ਤਾਂ ਖੁੱਲ੍ਹ ਚੁੱਕੀ ਸੀ, ਪਰ ਉਸਦੇ ਦਰਵਾਜ਼ੇ ਅੱਗੇ ਜਾਣ 'ਤੇ ਹੈਪੀ ਨੂੰ ਲੱਗਿਆ ਜਿਵੇਂ ਉਹ ਉਸ ਸਮੇਂ ਵੀ ਬੈੱਡ 'ਤੇ ਹੀ ਪਿਆ ਹੋਵੇ। ਭਾਬੀ, ਤੂੰ ਜਾ ਆਪਣੇ ਦਫ਼ਤਰ, ਮੈਂ ਅਜੇ ਇੱਥੇ ਹੀ ਹਾਂ। ਜੇ ਕੁਝ ਪੁੱਛਣਾ ਹੋਇਆ ਤਾਂ ਤੈਨੂੰ ਫੋਨ ਕਰ ਲਵਾਂਗਾ। ਕਰਮ ਨੇ ਉਸ ਦਿਨ ਛੁੱਟੀ ਲੈਣ ਬਾਰੇ ਮਨ ਬਣਾਇਆ ਹੋਇਆ ਸੀ, ਪਰ ਹੈਪੀ ਨੇ ਉਸਨੂੰ ਦਫ਼ਤਰ ਜਾਣ ਲਈ ਜ਼ੋਰ ਪਾਇਆ। ਹੋ ਸਕਦਾ ਤੇਰੇ ਸਾਹਮਣੇ ਉਹ ਕੁਝ ਬੋਲੇ ਹੀ ਨਾ, ਤੇਰੇ ਘਰੇ ਰਹਿਣ 'ਤੇ ਕੁਝ ਹੋਰ ਵੀ ਘਟ ਸਕਦਾ ਏ। ਹੈਪੀ ਦੀ ਗੱਲ ਸੁਣ ਕਰਮ ਨੇ ਉਹਨਾਂ ਲਈ ਦੁਪਹਿਰ ਦੀ ਰੋਟੀ ਬਣਾਈ ਅਤੇ ਉਹ ਦਫ਼ਤਰ ਚਲੀ ਗਈ। 11:30 ਵਜੇ ਤੱਕ ਵੀ ਕੰਤਾ ਆਪਣੇ ਕਮਰੇ ਅੰਦਰੋਂ ਨਹੀਂ ਸੀ ਨਿਕਲਿਆ। ਹੈਪੀ ਨੇ 2-3 ਵਾਰ ਉਸਦੇ ਕਮਰੇ ਅੰਦਰ ਝਾਤੀ ਮਾਰ ਦੇਖਿਆ, ਪਰ ਕੰਤੇ ਨੂੰ ਜਗਾਉਣਾ ਉਸਨੇ ਠੀਕ ਨਾ ਸਮਝਿਆ। ਹੈਪੀ ਉਸਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਸਨੂੰ ਕਰਮ ਨੇ ਨਹੀਂ ਸੱਦਿਆ, ਸਗੋਂ ਉਹ ਸੰਗਰੂਰ ਕਿਸੇ ਕੰਮ ਆਇਆ। ਅਚਾਨਕ ਹੀ ਉੱਧਰ ਆ ਗਿਆ। ਜਦੋਂ ਕੰਤਾ ਡਿਕਡੋਲੇ ਖਾਂਦਾ ਆਪਣੇ ਕਮਰੇ ਅੰਦਰੋਂ ਨਿਕਲਿਆ, ਉਸ ਸਮੇਂ ਬਰਾਂਡੇ ਹੇਠ ਬੈਠ ਅਖਬਾਰ ਪੜ੍ਹਦੇ ਹੈਪੀ ਨੂੰ ਦੇਖ ਉਹ ਇੱਕਦਮ ਹੀ ਭਮਤਰ ਗਿਆ। ਲੜਖੜਾ ਕੇ ਤੁਰਦਾ ਉਹ ਝੱਟ ਹੀ ਠੀਕ-ਠਾਕ ਤੁਰਨ ਲੱਗ ਪਿਆ। ਹੈਪੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਉਹ ਜਲਦੀ-ਜਲਦੀ ਹੱਥ ਮੂੰਹ ਧੋ ਰਸੋਈ ਅੰਦਰ ਚਲਾ ਗਿਆ। ਚਾਹ ਦੇ 2 ਕੱਪ ਬਣਾ ਉਹ ਹੈਪੀ ਲਾਗੇ ਜਾ ਬੈਠਾ। ਹੁਣ ਅੱਗੇ ਤੇਰਾ ਕੀ ਪ੍ਰੋਗਰਾਮ ਆ? ਚਾਹ ਦੀਆਂ ਨਿੱਕੀਆਂ-ਨਿੱਕੀਆਂ ਘੁੱਟਾਂ ਭਰਦੇ ਹੈਪੀ ਨੇ ਉਸਨੂੰ 12ਵੀਂ ਦੀ ਪੜ੍ਹਾਈ ਤੋਂ ਬਾਅਦ ਬਾਰੇ ਪੁੱਛਿਆ। ਕੰਤੇ ਕੋਲੋਂ ਹੈਪੀ ਦੀ ਪੁੱਛੀ ਗੱਲ ਦਾ ਤਸੱਲੀ ਬਖਸ਼ ਉੱਤਰ ਨਾ ਦਿੱਤਾ ਗਿਆ। ਗੱਲਾਂ-ਗੱਲਾਂ ਵਿੱਚ ਹੈਪੀ ਨੇ ਕੰਤੇ ਨੂੰ ਉਸਦੇ ਉਹਨਾਂ ਦੋਸਤਾਂ ਬਾਰੇ ਵੀ ਪੁੱਛਿਆ ਜਿਨ੍ਹਾਂ ਨਾਲ ਉਹ ਉਨ੍ਹੀਂ ਦਿਨੀਂ ਤੁਰਿਆ ਫਿਰਦਾ ਸੀ, ਪਰ ਕੰਤੇ ਨੇ ਉਸਦੇ ਪੁੱਛੇ ਕਿਸੇ ਵੀ ਸਵਾਲ ਦਾ ਠੀਕ ਤਰ੍ਹਾਂ ਜਵਾਬ ਨਾ ਦਿੱਤਾ। ਗੱਲਾਂ ਕਰਦੇ ਸਮੇਂ ਹੈਪੀ ਦੀ ਨਜ਼ਰ ਵਾਰ-ਵਾਰ ਕੰਤੇ ਦੀਆਂ ਲਾਲ ਸੁਰਖ ਅੱਖਾਂ ਵੱਲ ਜਾਂਦੀ ਤਾਂ ਹੈਪੀ ਨੂੰ ਆਪਣੇ ਵੱਲ ਦੇਖਦੇ ਦੇਖ ਕੰਤਾ ਪੂਰਾ ਪਰਾਂ ਨੂੰ ਮੂੰਹ ਭੰਵਾ ਲੈਂਦਾ। ਹੈਪੀ ਨੂੰ ਲੱਗਿਆ ਜਿਵੇਂ ਕੰਤਾ ਉਸ ਸਮੇਂ ਆਪਣੇ ਆਪ ਨੂੰ ਸਹਿਜ ਨਾ ਮਹਿਸੂਸ ਕਰ ਰਿਹਾ ਹੋਵੇ। ਹੈਪੀ ਦੁਆਰਾ ਪੁੱਛੇ ਸਵਾਲਾਂ ਦੇ ਜਵਾਬ ਵੀ ਉਸ ਕੋਲੋਂ ਉਸ ਤਰਤੀਬ ਵਿੱਚ ਨਹੀਂ ਸਨ ਦਿੱਤੇ ਜਾ ਰਹੇ ਜਿਹੋ ਜਿਹੇ ਸਵਾਲ ਜਵਾਬ ਉਹ ਪਹਿਲਾਂ ਗੱਲਾਂ ਕਰਦੇ ਸਮੇਂ ਦਿਆ ਕਰਦਾ ਸੀ। ਚਾਹ ਪੀਣ ਲਈ ਕੱਪ ਫੜਦੇ ਸਮੇਂ ਵੀ ਕੰਤੇ ਦੀਆਂ ਉਂਗਲਾਂ ਹੈਪੀ ਨੂੰ ਕੰਬਦੀਆਂ ਲੱਗੀਆਂ ਸਨ। ਗੱਲਾਂ ਕਰਦੇ ਸਮੇਂ ਕੰਤਾ ਥੋੜ੍ਹੇ ਜਿਹੇ ਵਕਫੇ ਦੌਰਾਨ ਹੀ 2 ਵਾਰ ਵਾਸ਼ਰੂਮ ਗਿਆ ਸੀ। ਜਦੋਂ ਪਹਿਲੀ ਵਾਰ ਉੱਥੋਂ ਉੱਠ ਕੰਤਾ ਜਾਣ ਲੱਗਿਆ ਤਾਂ ਉਹ ਬਹੁਤ ਸੁਸਤ ਲੱਗ ਰਿਹਾ ਸੀ, ਪਰ ਕੁਝ ਦੇਰ ਬਾਅਦ ਵਾਪਸ ਆਉਣ 'ਤੇ ਉਹ ਪਹਿਲਾਂ ਨਾਲੋਂ ਚੁਸਤ ਦਿਖਾਈ ਦਿੱਤਾ। ਬਾਅਦ ਵਿੱਚ ਕੰਤੇ ਨੇ ਉਹ ਸਭ ਕੁਝ ਹੈਪੀ ਨੂੰ ਆਪਣੇ ਆਪ ਹੀ ਦੱਸ ਦਿੱਤਾ, ਜਿਸ ਨੂੰ ਜਾਣਨ ਲਈ ਕਰਮ ਬਹੁਤ ਸਹਿਮੀ ਹੋਈ ਸੀ। 12ਵੀਂ ਵਿੱਚੋਂ ਕੰਪਾਰਟਮੈਂਟ ਆਉਣ 'ਤੇ ਕੰਤਾ ਬਹੁਤ ਨਿਰਾਸ਼ ਹੋ ਗਿਆ ਸੀ, ਪਰ ਇਸ ਬਾਰੇ ਉਹ ਆਪਣੀ ਮੰਮੀ ਨਾਲ ਕੋਈ ਵੀ ਗੱਲ ਸਾਂਝੀ ਨਾ ਕਰ ਸਕਿਆ। ਕੁਝ ਦਿਨਾਂ ਤੱਕ ਗੁਆਚੇ ਰਹਿਣ ਤੋਂ ਬਾਅਦ ਉਹ ਇਹ ਗੱਲ ਕੁਝ ਅਜਿਹੇ ਦੋਸਤਾਂ ਨਾਲ ਸਾਂਝੀ ਕਰ ਬੈਠਾ ਜਿਹੜੇ ਸਕੂਲੋਂ ਨਿਕਲਦੇ ਹੀ ਮਾੜੇ-ਮੋਟੇ ਨਸ਼ੇ ਕਰਨ ਲੱਗ ਪਏ ਸਨ। ਕੰਤਾ ਆਪਣੇ ਦੋਸਤਾਂ ਨੂੰ ਮਿਲਦਾ ਤਾਂ ਰਿਹਾ, ਪਰ ਆਪਣੀ ਕੰਪਾਰਟਮੈਂਟ ਕਲੀਅਰ ਕਰ ਲੈਣ ਤੱਕ ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਬਚਿਆ ਹੋਇਆ ਸੀ। ਮੰਮੀ ਮੈਨੂੰ ਬਹੁਤ ਪਿਆਰ ਕਰਦੀ ਹੈ। ਉਸ ਕੋਲੋਂ ਤਾਂ ਇਹ ਗੱਲ ਬਰਦਾਸ਼ਤ ਹੀ ਨਹੀਂ ਹੋਣੀ ਕਿ ਮੈਂ ਵੀ ਆਪਣੇ ਦੋਸਤਾਂ ਨਾਲ ਕੋਈ ਨਸ਼ਾ ਕਰਨ ਲੱਗ ਪਿਆ ਹਾਂ। ਜਦ ਕਦੇ ਕੰਤੇ ਦੇ ਦੋਸਤਾਂ ਨੇ ਉਸਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸਵਾਦ ਚਖਣ ਲਈ ਆਖਿਆ ਤਾਂ ਉਦੋਂ ਹੀ ਆਪਣੀ ਮੰਮੀ ਦੀਆਂ ਘੂਰਦੀਆਂ ਅੱਖਾਂ ਵਾਲਾ ਚਿਹਰਾ ਕੰਤੇ ਦੇ ਸਾਹਮਣੇ ਆ ਜਾਂਦਾ। ਸਭ ਦੇ ਜ਼ੋਰ ਪਾਉਣ 'ਤੇ ਵੀ ਕੰਤਾ ਉਹਨਾਂ ਦੀ ਗੱਲ ਨਹੀਂ ਸੀ ਮੰਨਦਾ। ਪਤਾ ਨਹੀਂ ਉਸ ਦਿਨ ਕਿਹੜੀ ਬਦਨਸੀਬ ਘੜੀ ਸੀ ਜਦੋਂ ਕੰਤੇ ਨੇ ਆਪਣੇ ਦੋਸਤਾਂ ਨੂੰ ਸਿਗਰਟ ਦਾ ਸੁੱਟਾ ਲਾਉਣ ਲਈ ਆਖ ਦਿੱਤਾ। ਉਸ ਦਿਨ ਕੰਤੇ ਦੀ ਆਪਣੀ ਮੰਮੀ ਨਾਲ ਕਿਸੇ ਗੱਲੋਂ ਨਾਰਾਜ਼ਗੀ ਹੋ ਗਈ ਸੀ। ਉਹ ਬਿਨਾਂ ਕੁਝ ਖਾਧੇ ਪੀਤੇ ਹੀ ਘਰੋਂ ਨਿਕਲ ਬਨਾਸਰ ਬਾਗ ਦੇ ਦਰੱਖਤਾਂ ਹੇਠ ਜੁੜਦੀ ਆਪਣੇ ਦੋਸਤਾਂ ਦੀ ਢਾਣੀ ਵਿੱਚ ਜਾ ਰਲਿਆ। ਉਦਣ ਤੋਂ ਪਹਿਲੀ ਸ਼ਾਮ ਕੰਤੇ ਦੀ ਮੰਮੀ ਦੇ ਦਫ਼ਤਰ ਦਾ ਇੱਕ ਮੁਲਾਜ਼ਮ ਕਰਮ ਨੂੰ ਮੋਟਰਸਾਈਕਲ 'ਤੇ ਘਰ ਛੱਡਣ ਆਇਆ ਸੀ। ਗਲੀ ਵਾਲਾ ਦਰਵਾਜ਼ਾ ਖੋਲ੍ਹਣ 'ਤੇ ਕੰਤੇ ਨੇ ਆਪਣੀ ਮੰਮੀ ਨੂੰ ਉਸ ਬੰਦੇ ਨਾਲ ਹੱਸ-ਹੱਸ ਗੱਲਾਂ ਕਰਦੇ ਦੇਖਿਆ ਤਾਂ ਉਸਦੇ ਮਨ ਨੂੰ ਜਿਵੇਂ ਕੁਝ ਹੋਣ ਲੱਗ ਪਿਆ ਹੋਵੇ। ਉਸ ਦਿਨ ਤੋਂ ਪਹਿਲਾਂ ਕੰਤੇ ਨੇ ਕਦੇ ਵੀ ਆਪਣੀ ਮੰਮੀ ਨੂੰ ਕਿਸੇ ਉੱਪਰੇ ਬੰਦੇ ਨਾਲ ਇਉਂ ਹੱਸਦੇ ਨਹੀਂ ਸੀ ਦੇਖਿਆ। ਉਦਣ ਆਪਣੇ ਕਮਰੇ ਅੰਦਰ ਜਾਂਦੇ ਕੰਤੇ ਨੇ ਦਰਵਾਜ਼ੇ ਓਹਲੇ ਖੜ੍ਹੇ ਹੋ ਆਪਣੀ ਮੰਮੀ ਦੀਆਂ ਹਰਕਤਾਂ ਨੂੰ ਬੜੇ ਹੀ ਧਿਆਨ ਨਾਲ ਦੇਖਿਆ। ਅੰਦਰ-ਬਾਹਰ ਜਾਂਦੇ ਆਉਂਦੇ ਸਮੇਂ ਕਰਮ ਦੀਆਂ ਅੱਖਾਂ ਵਿੱਚ ਤਰਦਾ ਹਾਸਾ ਵੀ ਕੰਤੇ ਨੂੰ ਬਹੁਤ ਬੁਰੀ ਤਰ੍ਹਾਂ ਚੁਭਿਆ ਸੀ। 1-2 ਵਾਰ ਕੰਤੇ ਦਾ ਮਨ ਕੀਤਾ ਕਿ ਉਹ ਆਪਣੀ ਮੰਮੀ ਨੂੰ ਮੋਟਰਸਾਈਕਲ ਵਾਲੇ ਉਸ ਆਦਮੀ ਬਾਰੇ ਪੁੱਛੇ ਜਿਹੜਾ ਉਸਨੂੰ ਘਰ ਛੱਡ ਕੇ ਗਿਆ ਸੀ, ਪਰ ਕੁਝ ਦੇਰ ਤੱਕ ਸੋਚਦੇ ਰਹਿਣ ਤੋਂ ਬਾਅਦ ਕੰਤੇ ਨੂੰ ਲੱਗਿਆ ਜਿਵੇਂ ਇਹੋ ਜਿਹੀਆਂ ਗੱਲਾਂ ਕਰਨ ਲਈ ਉਸਦੀ ਉਮਰ ਅਜੇ ਬਹੁਤ ਛੋਟੀ ਹੋਵੇ। ਇਸ ਲਈ ਆਪਣੀ ਮੰਮੀ ਕੋਲੋਂ ਕੰਤੇ ਤੋਂ ਕੋਈ ਵੀ ਗੱਲ ਪੁੱਛੀ ਨਹੀਂ ਸੀ ਜਾ ਸਕੀ। ਉਸ ਰਾਤ ਕਰਮ ਦੇ ਵਾਰ-ਵਾਰ ਕਹਿਣ 'ਤੇ ਵੀ ਕੰਤੇ ਨੇ ਰੋਟੀ ਨਹੀਂ ਸੀ ਖਾਧੀ।
ਸਾਰੀ ਰਾਤ ਉਸਦੀਆਂ ਅੱਖਾਂ ਅੱਗੇ ਮੋਟਰਸਾਈਕਲ ਵਾਲੇ ਆਦਮੀ ਦਾ ਚਿਹਰਾ ਹੀ ਘੁੰਮਦਾ ਰਿਹਾ। ਆਪਣੀ ਮੰਮੀ ਦੇ ਹਾਸੇ ਦੀ ਆਵਾਜ਼ ਵੀ ਕੰਤੇ ਦੇ ਕੰਨਾਂ ਵਿੱਚ ਖੋਰੂ ਪਾਉਂਦੀ ਰਹੀ। ਦੂਸਰੇ ਦਿਨ ਕੰਤਾ ਆਪਣੇ ਕਮਰੇ ਅੰਦਰੋਂ ਉਨੀ ਦੇਰ ਤੱਕ ਬਾਹਰ ਨਹੀਂ ਸੀ ਨਿਕਲਿਆ ਜਦੋਂ ਤੱਕ ਕਰਮ ਦਫ਼ਤਰ ਨਹੀਂ ਸੀ ਚਲੀ ਗਈ। ਦਫ਼ਤਰ ਜਾਣ ਤੋਂ ਪਹਿਲਾਂ ਕਰਮ ਕੰਤੇ ਲਈ ਰੋਟੀ ਬਣਾ ਕੇ ਰੱਖ ਗਈ ਸੀ, ਪਰ ਉਸਨੇ ਰੋਟੀ ਨੂੰ ਹੱਥ ਵੀ ਨਾ ਲਾਇਆ। ਮਕਾਨ ਦੇ ਸਾਰੇ ਬੂਹੇ ਬਾਰੀਆਂ ਬੰਦ ਕਰ ਕੰਤਾ ਬਨਾਸਰ ਬਾਗ ਵਿਚਲੀ ਉਸ ਥਾਵੇਂ ਜਾ ਪਹੁੰਚਿਆ ਜਿੱਥੇ ਉਸਦੀ ਢਾਣੀ ਦੇ ਮੈਂਬਰ ਮਿਲਿਆ ਕਰਦੇ ਸਨ। ਭਾਵੇਂ ਉਸ ਸਮੇਂ ਉਹਨਾਂ ਦੀ ਢਾਣੀ ਦਾ ਕੋਈ ਵੀ ਮੈਂਬਰ ਉੱਥੇ ਨਹੀਂ ਸੀ ਆਇਆ, ਪਰ ਕੰਤਾ ਬਿਨਾਂ ਕਿਸੇ ਮਤਲਬ ਦੇ ਹੀ ਬਾਗ ਦੇ ਦਰਖਤਾਂ ਹੇਠ ਚੱਕਰ ਕੱਢਦਾ ਰਿਹਾ। ਦੁਪਹਿਰੋਂ ਬਾਅਦ ਉਸਦੇ ਦੋਸਤ ਇੱਕ ਇੱਕ ਕਰਕੇ ਆਉਣ ਲੱਗੇ। ਪੂਰੀ ਢਾਣੀ ਦੇ ਜੁੜ ਜਾਣ ਤੋਂ ਬਾਅਦ ਉਹਨਾਂ ਨੇ ਧੂਣੀ ਧੁਖਾ ਲਈ। ਲਿਆਓ, ਅੱਜ ਮੈਨੂੰ ਵੀ ਇੱਕ ਸੂਟਾ ਲਵਾਓ। ਧੂਣੀ ਧੁਖ ਜਾਣ ਬਾਅਦ ਕਾਫੀ ਦੇਰ ਤੋਂ ਚੁੱਪ ਬੈਠੇ ਕੰਤੇ ਦੇ ਮੂੰਹੋਂ ਪਹਿਲੀ ਵਾਰ ਅਜਿਹੇ ਬੋਲ ਸੁਣ ਸਾਰੇ ਦੇ ਸਾਰੇ ਹੈਰਾਨ ਹੋ ਉਸਦੇ ਚਿਹਰੇ ਵੱਲ ਦੇਖਣ ਲੱਗ ਪਏ। ਤੈਨੂੰ ਕੀ ਹੋ ਗਿਆ ਅੱਜ? ਕੰਤੇ ਦੇ ਦੋਸਤਾਂ ਵਿੱਚੋਂ ਇੱਕ ਨੇ ਉਸਦੀ ਬਾਂਹ ਫੜ ਪੁੱਛਿਆ, ਪਰ ਕੰਤੇ ਨੇ ਉਸਨੂੰ ਕੋਈ ਵੀ ਜਵਾਬ ਨਾ ਦਿੱਤਾ। ਕੰਤੇ ਨੇ ਪਹਿਲੀ ਵਾਰ ਇੱਕ ਲੰਮਾ ਕਸ਼ ਖਿੱਚਿਆ ਤਾਂ ਫੇਫੜਿਆਂ ਵਿੱਚ ਧੂਆ ਜਾਣ 'ਤੇ ਉਸਨੂੰ ਹੁੱਥੂ ਆ ਗਿਆ। ਹੌਲੀ ਓਏ ਹੌਲੀ, ਐਨੀ ਕੀ ਕਾਹਲੀ ਆ? ਇੱਕ ਨੇ ਅੱਗੇ ਹੋ ਉਸਦੀ ਪਿੱਠ ਨੂੰ ਹਲਕੇ ਹਲਕੇ ਥਾਪੜਿਆ। ਲਗਾਤਾਰ 1.5-2 ਮਿੰਟ ਤੱਕ ਖੰਘਦੇ ਰਹਿਣ ਤੋਂ ਬਾਅਦ ਹੀ ਕੰਤਾ ਆਪਣੇ ਆਪ 'ਚ ਆਇਆ। ਖੰਘਣ ਕਾਰਨ ਉਸਦੀਆਂ ਅੱਖਾਂ ਅਤੇ ਨੱਕ ਵਿੱਚੋਂ ਪਾਣੀ ਸਿੰਮ ਆਇਆ। ਕੰਤਾ ਪਹਿਲੇ ਦਿਨ ਹੀ ਸ਼ਾਮ ਤੋਂ ਆਪਣੀਆਂ ਅੱਖਾਂ ਅੱਗੇ ਘੁੰਮਦੇ ਮੋਟਰਸਾਈਕਲ ਵਾਲੇ ਉਸ ਆਦਮੀ ਦੇ ਚਿਹਰੇ ਨੂੰ ਛੇਤੀ ਤੋਂ ਛੇਤੀ ਪਰਾਂ ਹਟਾ ਦੇਣਾ ਚਾਹੁੰਦਾ ਸੀ, ਜਿਸਨੇ ਪੂਰੀ ਰਾਤ ਕੰਤੇ ਨੂੰ ਸੌਣ ਨਹੀਂ ਸੀ ਦਿੱਤਾ। ਪਰ ਕੰਤੇ ਨੂੰ ਨਹੀਂ ਸੀ ਪਤਾ ਕਿ ਪਹਿਲਾ ਸੂਟਾ ਲਾਉਂਦਿਆਂ ਹੀ ਉਸਦੀ ਅਜਿਹੀ ਦਸ਼ਾ ਹੋ ਜਾਏਗੀ। ਇੱਕੋ ਸੂਟੇ ਨੇ ਕੰਤੇ ਦਾ ਸਿਰ ਘੁੰਮਣ ਲਾ ਦਿੱਤਾ। ਕੁਝ ਸਮੇਂ ਬਾਅਦ ਉਸਨੂੰ ਲੱਗਣ ਲੱਗਿਆ ਜਿਵੇਂ ਉਹ ਹਵਾ ਵਿੱਚ ਉੱਡਿਆ ਫਿਰਦਾ ਕਿਸੇ ਹੋਰ ਹੀ ਦੁਨੀਆ ਵਿੱਚ ਪਹੁੰਚ ਗਿਆ ਹੋਵੇ। ਉਸ ਨੂੰ ਚਾਰੇ ਪਾਸੇ ਖਿੜੇ ਹੋਏ ਭਾਂਤ-ਭਾਂਤ ਦੇ ਫੁੱਲਾਂ ਵਿਚਕਾਰ ਰੰਗ ਬਿਰੰਗੇ ਪਰਾਂ ਵਾਲੀਆਂ ਪਰੀਆਂ ਘੁੰਮਦੀਆਂ ਦਿਖਾਈ ਦਿੱਤੀਆਂ। ਉੱਥੇ ਬਹੁਤ ਸਾਰੇ ਹੋਰ ਬੰਦੇ ਵੀ ਤੁਰੇ ਫਿਰ ਰਹੇ ਸਨ, ਪਰ ਕੰਤੇ ਨੂੰ ਮੋਟਰਸਾਈਕਲ ਵਾਲਾ ਬੰਦਾ ਕਿਧਰੇ ਵੀ ਦਿਖਾਈ ਨਾ ਦਿੱਤਾ। ਕੰਤਿਆ ਠੀਕ ਹੈ? ਐਂ ਚੁੱਪ ਕਰਕੇ ਕਿਉਂ ਬੈਠ ਗਿਆ ਏਂ? ਢਾਣੀ ਵਿਚਲੇ ਇੱਕ ਸਾਥੀ ਨੇ ਕੰਤੇ ਦੇ ਮੋਢੇ ਉੱਤੇ ਤਫਾ ਮਾਰ ਪੁੱਛਿਆ, ਪਰ ਕੰਤਾ ਤਾਂ ਉਸ ਪਲ ਆਪਣੇ ਆਪ ਵਿੱਚ ਇੰਨਾ ਗੁਆਚਿਆ ਹੋਇਆ ਸੀ ਕਿ ਉਸਨੂੰ ਪਤਾ ਹੀ ਨਾ ਲੱਗਿਆ ਕਿ ਕਿਸੇ ਨੇ ਉਸਨੂੰ ਕੁਝ ਕਿਹਾ ਵੀ ਹੈ। ਲੈ ਇੱਕ ਹੋਰ ਖਿੱਚ ਲੈ। ਉਸਦੇ ਲਾਗੇ ਬੈਠੇ ਕੰਤੇ ਦੇ ਇੱਕ ਸਾਥੀ ਨੇ ਲੰਬੀ ਸਿਗਰਟ ਅੱਗੇ ਕੀਤੀ, ਜਿਸ ਨੂੰ ਕੰਤੇ ਨੇ ਚੁੱਪਚਾਪ ਫੜ ਲਿਆ। ਹੁਣ ਦੇਖੀ ਕੀ ਜਾਣਾ, ਖਿੱਚ ਧੂੰਆਂ ਅੰਦਰ ਨੂੰ। ਹੱਥ ਵਿੱਚ ਸਿਗਰਟ ਫੜ ਬੈਠ ਗਏ ਕੰਤੇ ਨੂੰ ਇੱਕ ਹੋਰ ਨੇ ਆਖਿਆ, ਪਰ ਕੰਤੇ ਨੇ ਫੇਰ ਵੀ ਕੋਈ ਹਰਕਤ ਨਾ ਕੀਤੀ। ਲੱਗਦਾ ਇਹਦਾ ਤਾਂ ਹੁਣ ਕੰਮ ਹੋ ਗਿਆ ਏ, ਹੋਰ ਸੁੱਟਾ ਲਾਉਣ ਤੇ ਕੋਈ ਨਵਾਂ ਪੰਗਾ ਹੀ ਨਾ ਖੜਾ ਹੋ ਜੇ। ਦੂਸਰੇ ਸਾਥੀ ਨੇ ਲੰਬੀ ਬਾਂਹ ਕਰ ਕੰਤੇ ਦੇ ਹੱਥ ਵਿਚਲੀ ਸਿਗਰਟ ਆਪਣੇ ਬੁੱਲ੍ਹਾਂ ਨਾਲ ਲਾ ਲਈ। ਉਸ ਦਿਨ ਬਨਾਸਰ ਬਾਗ ਵਿਚਲੀ ਢਾਣੀ ਨਾਲ ਪਹਿਲੀ ਵਾਰ ਚੰਗੀ ਤਰ੍ਹਾਂ ਸ਼ਾਮਲ ਹੋਣ ਤੋਂ ਬਾਅਦ ਕੰਤਾ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਹਨਾਂ ਵਾਂਗ ਹੀ ਢਾਲਣ ਲੱਗ ਪਿਆ। ਉਸ ਢਾਣੀ ਵਿੱਚੋਂ ਕੁਝ ਨਾਲ ਕੰਤੇ ਦਾ ਪਹਿਲਾਂ ਤੋਂ ਹੀ ਉੱਠਣਾ ਬੈਠਣਾ ਸੀ। 2 ਜਣੇ ਉਸ ਨਾਲ 10ਵੀਂ ਤੱਕ ਪੜ੍ਹੇ ਸਨ, ਪਰ ਲਗਾਤਾਰ 2 ਵਾਰ ਫੇਲ ਹੋ ਜਾਣ 'ਤੇ ਉਹ ਬਹੁਤ ਜ਼ਿਆਦਾ ਨਮੋਸ਼ੀ ਮੰਨ ਗਏ। ਘਰੋਂ ਉਹ ਸਕੂਲ ਜਾਣ ਦੇ ਸਮੇਂ ਹੀ ਨਿਕਲਦੇ, ਪਰ ਸਕੂਲ ਦੀ ਥਾਵੇਂ ਉਹ ਇੱਧਰ ਉੱਧਰ ਘੁੰਮ ਕੇ ਘਰ ਪਰਤ ਜਾਂਦੇ। ਹੌਲੀ ਹੌਲੀ ਕੰਤਾ ਵੀ ਉਹਨਾਂ ਨੂੰ ਮਿਲਣ ਲੱਗ ਪਿਆ। ਉਸ ਦਿਨ ਬਨਾਸਰ ਬਾਗ ਵਿੱਚ ਆਪਣੇ ਮਿੱਤਰਾਂ ਦੀ ਮਹਿਫਿਲ ਵਿੱਚ ਬੈਠਾ ਕੰਤਾ ਪਹਿਲਾ ਸੂਟਾ ਲਾ ਕੁਝ ਪਲਾਂ ਵਿੱਚ ਹੀ ਤਣਾਅ ਮੁਕਤ ਹੋ ਉਸ ਸਭ ਕਾਸੇ ਨੂੰ ਭੁੱਲ ਗਿਆ ਜਿਸ ਬਾਰੇ ਸੋਚਦਾ ਉਹ ਬਹੁਤ ਘਬਰਾਇਆ ਹੋਇਆ ਸੀ। ਉਸ ਨੂੰ ਉਸ ਸਮੇਂ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰੇ, ਪਰ ਸੂਟਾ ਲਾਉਣ ਤੋਂ ਬਾਅਦ ਉਹ ਬਿਲਕੁਲ ਬੇਫਿਕਰ ਹੋ ਬੈਠ ਗਿਆ ਸੀ, ਕਿਤੇ ਮੰਮੀ ਨੂੰ ਪਤਾ ਨਾ ਲੱਗ ਜੇ। ਉਸ ਦਿਨ ਤੋਂ ਬਾਅਦ ਕੰਤਾ ਆਪਦੇ ਦੋਸਤਾਂ ਕੋਲ ਹਰ ਰੋਜ਼ ਜਾਂਦਾ ਸੀ, ਪਰ ਉਹਨਾਂ ਦੇ ਬਹੁਤ ਜ਼ੋਰ ਪਾਉਣ 'ਤੇ ਵੀ ਉਹਨਾਂ ਚੀਜ਼ਾਂ ਦਾ ਸੇਵਨ ਕਰਨੋਂ ਝਿਜਕਦਾ ਰਹਿੰਦਾ ਜਿਨ੍ਹਾਂ ਦਾ ਸਵਾਦ ਉਸਦੇ ਦੋਸਤ ਚਖਿਆ ਕਰਦੇ ਸਨ। ਲਿਆਓ ਯਾਰ, ਅੱਧਾ ਕੁ ਟੀਕਾ ਅੱਜ ਮੇਰੇ ਵੀ ਲਾਓ। ਕੁਝ ਸਮਾਂ ਬੀਤਣ 'ਤੇ ਹਫ਼ਤੇ ਵਿੱਚ ਇੱਕ ਅੱਧ ਵਾਰ ਕੰਤਾ ਆਪਣੇ ਆਪ ਹੀ ਉਹਨਾਂ ਅੱਗੇ ਆਪਣੀ ਬਾਂਹ ਕਰ ਇਹ ਗੱਲ ਆਖਣ ਲੱਗ ਪਿਆ, ਇਹ ਬੂਟੀ ਮੁਫਤ ਨਹੀਂ ਆਉਂਦੀ, ਬਹੁਤ ਮਹਿੰਗੀ ਆ। ਅਸੀਂ ਪਤਾ ਨਹੀਂ ਕਿੱਥੇ ਕਿੱਥੇ ਹੱਥ ਮਾਰ ਪੈਸਿਆਂ ਦਾ ਪ੍ਰਬੰਧ ਕਰਦੇ ਹਾਂ, ਅੱਗੇ ਤੋਂ ਆਪਣੇ ਹਿੱਸੇ ਦੇ ਪੈਸੇ ਲੈ ਕੇ ਆਇਆ ਕਰ। ਇਹ ਸਿਲਸਿਲਾ 1.5 ਕੁ ਮਹੀਨਾ ਚੱਲਣ ਤੋਂ ਬਾਅਦ ਢਾਣੀ ਦੇ ਮੈਂਬਰਾਂ ਵਿੱਚੋਂ ਇੱਕ ਨੇ ਕੰਤੇ ਨੂੰ ਆਖਿਆ ਸੀ। ਉਸ ਦਿਨ ਤੋਂ ਬਾਅਦ ਕੰਤਾ ਕਈ ਦਿਨ ਆਪਣੇ ਦੋਸਤਾਂ ਕੋਲ ਨਹੀਂ ਸੀ ਗਿਆ, ਕਿਉਂਕਿ ਜਿੰਨੇ ਪੈਸੇ ਲਿਆਉਣ ਲਈ ਉਹਨਾਂ ਨੇ ਕੰਤੇ ਨੂੰ ਆਖਿਆ ਉਹਨਾਂ ਦਾ ਪ੍ਰਬੰਧ ਉਸ ਕੋਲੋਂ ਨਹੀਂ ਸੀ ਹੋ ਸਕਿਆ। ਲਓ ਬਈ ਮਿੱਤਰੋ, ਆਹ ਫੜੋ। ਪਰ ਇੱਕ ਦਿਨ ਸੁੱਤੀ ਪਈ ਕਰਮ ਦੇ ਪਰਸ ਵਿੱਚੋਂ ਕੰਤੇ ਨੇ ਕੁਝ ਪੈਸੇ ਖਿਸਕਾ ਲਏ ਅਤੇ ਉਹ ਸਿੱਧਾ ਆਪਣੇ ਮਿੱਤਰਾਂ ਦੀ ਢਾਣੀ 'ਚ ਜਾ ਪਹੁੰਚਿਆ। ਉਸ ਦਿਨ ਸਾਰਿਆਂ ਲਈ ਬੂਟੀ ਦਾ ਖਰਚ ਕੰਤੇ ਦੇ ਪੈਸਿਆਂ ਨਾਲ ਪੂਰਾ ਕੀਤਾ ਗਿਆ। ਪੈਸੇ ਖਿਸਕਾਉਣ ਤੋਂ ਬਾਅਦ 2-3
ਦਿਨ ਕੰਤਾ ਕਰਮ ਦਾ ਸਾਹਮਣਾ ਕਰਨੋਂ ਬਚਦਾ ਰਿਹਾ, ਪਰ ਜਦੋਂ ਹਫ਼ਤਾ ਬੀਤ ਜਾਣ ਤੱਕ ਵੀ ਕਰਮ ਨੇ ਆਪਣੇ ਪਰਸ ਵਿਚਲੇ ਪੈਸੇ ਬਾਰੇ ਉਸ ਨੂੰ ਨਹੀਂ ਪੁੱਛਿਆ ਤਾਂ ਕੰਤਾ ਸ਼ੇਰ ਬਣ ਗਿਆ। 8-10 ਦਿਨਾਂ ਬਾਅਦ ਉਹ ਕਰਮ ਦੇ ਪਰਸ ਵਿੱਚੋਂ ਕੁਝ ਪੈਸੇ ਖਿਸਕਾਉਣ ਲੱਗ ਪਿਆ। ਲੈ ਰੱਖ ਲੈ, ਕਦੇ ਕੰਮ ਆਉਣਗੇ। ਉਸ ਸਭ ਕਾਸੇ ਦੌਰਾਨ ਇਹ ਗੱਲ ਜ਼ਰੂਰ ਵਾਪਰੀ ਕਿ ਜਿਹੜੇ ਪੈਸੇ ਕਰਮ ਹਫ਼ਤੇ ਕੁ ਬਾਅਦ ਆਪਣੇ ਆਪ ਹੀ ਕੰਤੇ ਨੂੰ ਫੜਾ ਦਿੰਦੀ ਸੀ, ਉਹ ਬੰਦ ਹੋ ਗਏ। ਮੇਰੀ ਮੰਨੋ ਤਾਂ ਮੁੰਡੇ ਨੂੰ ਇਸ ਮਾਹੌਲ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ 'ਚ ਪੈਸੇ ਧੇਲੇ ਦੀ ਸਮਰੱਥਾ ਹੈ ਤਾਂ ਇਸ ਨੂੰ ਪੜ੍ਹਨ ਦੇ ਆਧਾਰ 'ਤੇ ਕੈਨੇਡਾ ਜਾਂ ਕਿਸੇ ਹੋਰ ਦੇਸ਼ ਘੱਲ ਦਿਓ। ਮਾੜੀ ਸੰਗਤ ਤੋਂ ਦੂਰ ਤਾਂ ਰਹੂ ਹੀ, ਅੱਗੋਂ ਲਈ ਇਸ ਦੀ ਜ਼ਿੰਦਗੀ ਵੀ ਬਣ ਜੂ। ਆਪਣੀ ਜਾਣ ਪਛਾਣ ਵਾਲੇ ਇੱਕ ਡਾਕਟਰ ਕੋਲ ਲੈ ਕੇ ਜਾਣ 'ਤੇ ਡਾਕਟਰ ਨੇ ਕੰਤੇ ਨੂੰ ਪੂਰੀ ਤਰ੍ਹਾਂ ਚੈੱਕ ਕਰਨ 'ਤੇ ਕੁਝ ਦਵਾਈਆਂ ਲਿਖ ਕੇ ਦਿੱਤੀਆਂ ਅਤੇ ਕੰਤੇ ਬਾਰੇ ਇਹ ਸਲਾਹ ਵੀ ਹੈਪੀ ਨੂੰ ਦਿੱਤੀ, ਕੰਤੇ ਚੰਗਾ ਬੱਚਾ ਬਣ ਕੇ ਦਿਖਾ, ਅਸੀਂ ਸਾਰੇ ਤੇਰੇ ਨਾਲ ਆਂ। ਤੈਨੂੰ ਛੇਤੀ ਹੀ ਕੈਨੇਡਾ ਭੇਜਣ ਲਈ ਕੋਈ ਹੀਲਾ ਕਰਦੇ ਆਂ, ਪਰ ਤੂੰ ਡਾਕਟਰ ਅਤੇ ਮੇਰੀਆਂ ਆਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਏ। ਡਾਕਟਰ ਦੇ ਕਲੀਨਿਕ ਵਿੱਚੋਂ ਨਿਕਲਣ ਤੋਂ ਪਹਿਲਾਂ ਕੰਤੇ ਨੂੰ ਆਪਣੀ ਢਾਕ ਨਾਲ ਲਾ ਕਰਮ ਬਹੁਤ ਹੀ ਭਾਵੁਕ ਹੋ ਗਈ ਸੀ।